morning, students. So let's wait for 2 minutes and then we can begin the class. All right, bache. So first of all, I hope your assignments are complete and you will submit them by evening, right? जे कोई doubt है मैडम ਕਿਹੜੀ ਅਸਾਈਨਮੈਂਟ assignment में ਜਿਹੜੀ group ਵਿੱਚ ਪਾਈ ਸੀਗੀ ਤੁਹਾਡੀ second assignment for English ਮੈਡਮ ਉਹ ਕਰਨੀ ਆ ਹਜੇ ਕਰਨੀ ਹੈ ਹਲੇ ਅੱਜ ਲਾਸਟ ਡੇਟ ਹੈ ਅੱਜ ਕਰ ਲਓ ਸਿਰਫ 5 ਕੁਐਸਚਨਸ ਹੈ ਤੁਹਾਨੂੰ 15 ਮਿੰਟ ਤੋਂ ਜ਼ਿਆਦਾ ਨਹੀਂ ਲੱਗਣੇ ਬਣਾਉਣ ਨੂੰ ਠੀਕ ਹੈ ਜੀ ਠੀਕ ਹੈ ਅੱਜ ਬਾਈ ਈਵਨਿੰਗ ਸਬਮਿਟ ਕਰ ਦਿਓ ਤੁਸੀਂ ਇਸ ਤੋਂ ਬਾਅਦ ਫਿਰ ਆਪਣਾ ਪੜ੍ਹਨਾ ਵੀ ਹੋਏਗਾ ਬਾਕੀ ਸਬਜੈਕਟਸ ਦੀ ਵੀ ਤਿਆਰੀ ਕਰਨੀ ਹੋਏਗੀ ਜਾਂ ਦੀ ਅਸਾਈਨਮੈਂਟਸ ਦੇਣੀਆਂ ਹੋਣਗੀਆਂ ਰਾਈਟ ਹਾਂਜੀ ਸਿਮਰਨ ਜੀ ਠੀਕ ਹੈ ਬਾਕੀ ਜੇ ਉਹਦੇ 'ਚ ਕੋਈ ਡਾਊਟ ਹੈ ਯੂ ਕੈਨ ਆਸਕ ਮੀ ਰਾਈਟ ਕੋਈ ਵੀ ਇਸ਼ੂ ਆਂਦਾ otherwise let's start with what we have planned for the day so ਤੁਹਾਡੇ ਦੋ ਟੌਪਿਕਸ ਹੀ ਰਹਿ ਗਏ ਸੀਗੇ ਕੱਲ ਆਪਾਂ ਨੋਟਿਸ ਕਰ ਲਿਆ ਮਿੰਟਸ ਆਫ ਮੀਟਿੰਗ ਕਰ ਲਏ ਰਾਈਟ ਅੱਜ ਆਪਾਂ ਮੈਮੋਰੈਂਡਮ ਕਰਾਂਗੇ ਤੇ ਆਪਾਂ ਸਰਕੂਲਰ ਕਰਾਂਗੇ ਠੀਕ ਹੈ ਜੀ ਐਂਡ ਏਜੰਡਾ ਸੋ ਏਜੰਡਾ ਇਜ਼ ਵੈਰੀ ਸ਼ਾਰਟ ਲੈਟਸ ਸਟਾਰਟ ਵਿਦ that so writing a meeting agenda ਠੀਕ ਹੈ ਜੀ ਹੁਣ ਜਿਵੇਂ ਆਪਾਂ ਕੱਲ ਮਿੰਟਸ ਆਫ ਮੀਟਿੰਗ ਕੀਤਾ ਸੀ ਰਾਈਟ ਸੋ ਆਈ ਟੋਲਡ ਯੂ ਕਿ ਵਾਟ ਆਰ ਮਿੰਟਸ ਆਫ ਮੀਟਿੰਗ ਬੇਸਿਕਲੀ ਕਿ ਇੱਕ ਮੀਟਿੰਗ ਹੋਈ ਉਹਦੇ ਵਿੱਚ ਕੀ ਗੱਲ ਹੋਈ ਕੀ ਡਿਸਕਸ ਹੋਇਆ ਕੁਝ ਵੋਟ ਹੋਇਆ ਕੋਈ ਡਿਸੀਜਨ ਲਿਆ ਗਿਆ ਸਮਥਿੰਗ ਫॉर द फ्यूचर और द नेक्स्ट टाइम राइट सो दैट ऑल इज योर मीटिंग मिनट्स ऑफ मीटिंग ठीक है मिनट्स ऑफ मीटिंग मतलब ये लिटरली ਉਹਦੇ ਮਿੰਟਸ ਨਹੀਂ ਹੁੰਦੇ दिस इज मोर विद माइन्यूट ਹੁੰਦਾ ਕਿ ਆਪਾਂ ਜਦੋਂ ਕੋਈ ਬਹੁਤ ਹੀ ਛੋਟੀ ਚੀਜ਼ ਹੁੰਦੀ ਹੈ ਮਾਈਨਿਊਟ ਠੀਕ ਹੈ ਤਾਂ ਜੇ ਆਪਾਂ ਸ਼ਾਰਟ ਫਾਰਮ ਚ ਮੀਟਿੰਗ ਦੱਸਣੀ ਹੋਏ ਕਿ ਕੀ ਹੋਈ ਸੀਗੀ that is called minutes of meeting ਠੀਕ ਹੈ ਵਰਡ ਆਇਆ ਮਾਈਨਿਊਟ ਤੋਂ not minute ਜਿਹੜਾ ਆਪਣਾ ਟਾਈਮ ਵਾਲਾ ਮਿੰਟ ਹੁੰਦਾ ਠੀਕ ਹੈ ਤੇ ਹੁਣ ਦੇਖੋ ਜਿਹੜੀ ਮੀਟਿੰਗ ਜਦੋਂ ਹੋਲਡ ਕਰਨੀ ਹੁੰਦੀ ਹੈ ਨਾ ਉਸ ਤੋਂ ਪਹਿਲਾਂ ਇੱਕ ਏਜੰਡਾ ਇਜ਼ ਯੂ نو ਕਹਿ ਲਓ ਸਰਕੂਲੇਟਡ ਅਮੰਗ ਦਾ ਪੀਪਲ ਠੀਕ ਹੈ ਤਾਂ ਕਿ ਪਤਾ ਚੱਲੇ ਕਿ ਇਹ ਮੀਟਿੰਗ ਹੋਣੀ ਕਿਉਂ ਹੈ ਰਾਈਟ ਨਹੀਂ ਤਾਂ ਜੇ ਕੱਲੀ ਮੀਟਿੰਗ ਬੁਲਾ ਲਈ ਤੁਸੀਂ ਸੋਚਦੇ ਰਹੋਗੇ ਕਿ ਮੀਟਿੰਗ ਰੱਖੀ ਕਿਉਂ ਗਈ ਹੈ ਰਾਈਟ ਸੋ ਏਜੰਡਾ ਆਫ ਦ ਮੀਟਿੰਗ ਇਜ਼ ਟੂ ਟੈਲ ਯੂ ਕਿ ਮੀਟਿੰਗ ਕਿਉਂ ਰੱਖੀ ਗਈ ਹੈ ਜਾਂ ਕੀ ਉਹਦਾ ਪਰਪਸ ਕੀ ਹੈ ਰਾਈਟ ਐਂਡ ਯੂਜੂਅਲੀ ਕੀ ਹੁੰਦਾ ਮੀਟਿੰਗਸ ਜਿੱਥੇ ਜਿਵੇਂ ਕਹ ਲਓ ਰੋਜ਼ ਮਤਲਬ ਵੀਕਲੀ ਮੀਟਿੰਗਸ ਹੁੰਦੀਆਂ ਜਾਂ ਕੋਈ ਆਫਿਸਿਸ ਵਿੱਚ ਠੀਕ ਹੈ ਜਿਵੇਂ ਕਹ ਲਓ ਕੋਈ ਨਿਊਜ਼ਪੇਪਰ ਹੈ ਰਾਈਟ ਤਾਂ ਨਿਊਜ਼ਪੇਪਰ ਵਿੱਚ ਉਹਨਾਂ ਨੇ ਰੋਜ਼ ਮੀਟਿੰਗ ਕਰਨੀ ਹੋਈ ਹੈ ਕਿ ਆਪਾਂ ਅੱਛਾ ਕੱਲ ਦੇ ਉਹਦੇ ਚ ਕੀ ਛਾਪਣਾ ਜਾਂ ਕੀ ਹੋਣਾ ਸੋ ਦੇ ਆਲਵੇਜ਼ ਉਹਨਾਂ ਦਾ ਏਜੰਡਾ ਨੈਕਸਟ ਮੀਟਿੰਗ ਦਾ ਵੀ ਰੈਡੀ ਹੁੰਦਾ ਹੈ राइट कई बार वीकली मंथली मीटिंग्स होंगी जस्ट टू टेक मतलब टेक स्टॉक ऑफ द सिचुएशन या कुछ चेक करने लिए कि कितना प्रोग्रेस हो गया राइट तो ओदा भी एजेंडा पहला तो ही रेडी होंगे ठीक है एंड मीटिंग का की होंगे कि बस यू नो कि आपां इकट्ठे मिल के वी डिसाइड थिंग्स ठीक है जिहड़ा भी कोई सीनियर होंगे वो अपने सबऑर्डिनेट्स को पूछ लैंदा वहां तो रिपोर्ट ले लैंदा बाकी अपडेट्स ले लैंदा राइट सो दैट इज व्हाई मीटिंग्स आर हेल्ड Now, what is a team meeting agenda? So, meeting agenda is a list of activities that participants are hoping to accomplish during their meeting, right? So, it serves several purposes.
first of all it gives the attendees prior notice of what will be discussed ਜਿਵੇਂ ਮੈਂ ਤੁਹਾਨੂੰ ਕਹਿ ਰਹੀ ਹਾਂ ਤੁਹਾਨੂੰ ਦੱਸਿਆ ਨਹੀਂ ਗਿਆ ਬਟ ਮੀਟਿੰਗ ਰੱਖ ਲਈ ਤੁਸੀਂ ਸਾਰੇ ਸੋਚੋਗੇ ਕਿ ਮੀਟਿੰਗ ਰੱਖੀ ਕਿਉਂ ਗਈ ਸੋ ਏਜੰਡਾ ਦਾ ਇਹੀ ਪਰਪਸ ਹੈ ਕਿ ਟੂ ਲੈਟ ਯੂ ਨੋ why the meeting is being held, right? Then it sets clear expectations for what needs to occur before and during a meeting. For example, ਹੁਣ ਜੇ monthly meeting ਵਿੱਚ ਕੋਈ report check ਹੋਣੀ ਹੈ, ਠੀਕ ਹੈ? Now ਜੇ ਤੁਹਾਨੂੰ agenda ਵਿੱਚ ਪਤਾ ਹੈ ਨਾ, ਤੁਸੀਂ ਆਪਣੀ report well before that meeting ready ਰੱਖੋਗੇ, right? It is as simple as that. Then it keeps the participants focused on the topic at hand, right? It sets the pace of the meeting. It also acts as a time management tool. ਹੁਣ ਤੁਹਾਨੂੰ ਪਤਾ ਹੋਏਗਾ ਕਿ ਅੱਛਾ ਇਹ ਟੌਪਿਕਸ ਡਿਸਕਸ ਕਰਨੇ ਆ ਠੀਕ ਹੈ ਤੁਸੀਂ ਐਵੇਂ ਕੋਈ ਫालतू ਹੋਰ ਕੋਈ ਟੌਪਿਕ ਵਿੱਚ ਨਹੀਂ ਜਾਓਗੇ ਜਾਂ ਤੁਸੀਂ ਆਪਣੇ ਜੋ ਟੌਪਿਕ ਹੈ ਉਸ ਤੋਂ ਡਾਇਵਰਟ ਨਹੀਂ ਹੋਵੋਗੇ because you have a clear list of topics in front of you, right? So now that you know ਕਿਹੜੇ ਟੌਪਿਕਸ ਡਿਸਕਸ ਕਰਨੇ ਆ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਅੱਛਾ ਇਸ ਚੀਜ਼ ਨੂੰ ਕਿੰਨਾ ਟਾਈਮ ਲੱਗ ਜਾਏਗਾ, right? ਬਾਕੀ ਇਹਦੇ ਨਾਲ ਟਾਈਮ ਮੈਨੇਜਮੈਂਟ ਵੀ ਹੋ ਜਾਂਦਾ ਕਿ ਤੁਹਾਨੂੰ ਪਤਾ ਚੱਲ ਜਾਏਗਾ ਕਿ ਅੱਛਾ ਹੁਣ ਇਹ ਵਾਲਾ ਟੌਪਿਕ ਹੋ ਗਿਆ ਕਹਿ ਲਓ ਤੁਹਾਨੂੰ 1 ਆਵਰ ਦਾ ਟਾਈਮ ਮਿਲਿਆ ਮੀਟਿੰਗ ਵਾਸਤੇ ਤੁਹਾਡੇ ਕਹਿ ਲਓ 7 ਟੌਪਿਕਸ ਹੈ which you have to discuss ਤੁਸੀਂ ਅਕੋਰਡਿੰਗਲੀ ਪੇਸ ਆਪਣੀ ਰੱਖੋਗੇ ਮੀਟਿੰਗ ਦੀ ਠੀਕ ਹੈ you will manage your time accordingly ਜਿਹੜਾ ਵੀ ਪਰਸਨ ਹੋਲਡ ਕਰ ਰਿਹਾ ਮੀਟਿੰਗ ਕਿ I still have to discuss this point ਐਵੇਂ ਕਿਸੇ ਪੁਆਇੰਟ ਤੇ ਜ਼ਿਆਦਾ ਇਲੈਬੋਰੇਟ ਨਹੀਂ ਕਰੋਗੇ ਜਿੰਨਾ ਲੋਡ ਹੈ ਉਨਾ ਹੀ ਤੁਸੀਂ ਉਹਤੇ ਟਾਈਮ ਸਪੈਂਡ ਕਰੋਗੇ, ਰਾਈਟ? ਸੋ ਇਹਦੇ ਵਿੱਚ ਕੀ ਹੁੰਦਾ ਕਿ a meeting agenda can prevent unproductive meetings, saving your team a lot of time. Whether your meeting is a large formal event or a casual discussion in a small team, an agenda is the best way to stay focused and make good use of the time you have, right? So rather than sometimes people feel कि यार इतना meeting खत्म ही नहीं हो रही, right? Why does that happen? In case there is no agenda or you move away from the agenda, right? So meeting agenda helps you avoid that, right? It helps you कि ਤੁਸੀਂ ਆਪਣਾ meeting ਸਹੀ time frame ਵਿੱਚ conclude ਕਰ ਸਕੋ and ਜਿਹੜੇ important points ਆ ਸਾਰੇ discuss ਕਰ ਸਕੋ ਐਵੇਂ ਕਿਸੇ ਹੋਰ point ਦੇ ਤੇ discussion ਕਰਨ ਤੇ time waste ਨਾ ਹੋਏ, ਠੀਕ ਹੈ ਜੀ? So that is all. ਹੁਣ ਇੱਕ example ਹੈ meeting agenda ਦਾ, ਠੀਕ ਹੈ? ਇਹਦੇ ਵਿੱਚ ਮੈਂ ਤੁਸੀਂ ਦੇਖੋ ਪਹਿਲਾਂ sales meeting ਹੁਣ ਇੱਥੇ ਤੁਸੀਂ monthly meeting, weekly meeting, urgent meeting, right? You can mention that, ठीक है? Date, then time, that attendees like who all will be attending the meeting, ठीक है? Then meeting objective, review proposal for next quarter's sales goals. Then agenda would be review. उन agenda ਵਿੱਚ ਸਾਰੇ ਨਾ task ਦਿੱਤੇ ਹੋਏ ਆ ਜਿਸ person ਨੇ ਕਰਨੇ ਆ Sam, review last quarter's sales performance within 5 minutes, present the proposal for next quarter's sales goals 30 minutes. ਫਿਰ ਇਹਦੇ ਵਿੱਚ ਕਿਹੜੇ topics ਹੋਣੇ ਚਾਹੀਦੇ? Do we think that the proposed goals are realistic? What additional resources would be required to achieve them? Are we open to hiring additional sales representatives? ठीक है? ਹੁਣ ਜਿਵੇਂ ਇਹ sales ਕੋਈ ਉਹ ਵਾਲੀ ਕੰਪਨੀ ਹੋਏਗੀ ਤਾਂ ਇਹਨਾਂ ਦਾ ਸਾਰਾ sales ਦੇ ਨਾਲ ਰਿਲੇਟਡ ਹੀ ਇਹਨਾਂ ਦੀ ਮੀਟਿੰਗ ਹੈ, ਆਲਰਾਈਟ? ਹੁਣ ਦੇਖੋ ਇਹਦੇ ਵਿੱਚ ਕੀ ਤੁਸੀਂ ਧਿਆਨ ਕੀ ਰੱਖਣਾ ਹੈ ਬੇਟਾ ਜੋ ਤੁਸੀਂ ਲਿਖਣਾ ਇੱਕ ਤਾਂ ਦੇਖੋ ਸਾਰੀ ਇੰਪੋਰਟੈਂਟ ਇਨਫੋਰਮੇਸ਼ਨ about when the meeting will be held, right? Date and time and who all are attending the meeting, this should be clearly mentioned. Then meeting objective in one single sentence ke what is the objective for meeting, right? je keh lo monthly meeting hai to tusi keh doge ki to check status report of various projects, right? Monthly meeting with jehde vi tusi projects check karde honge you can talk about that. And in agenda you can give details about which person will be doing what, right? ਜਿਵੇਂ ਹੁਣ ਇੱਥੇ ਸੈਮ ਹੈ ਤਾਂ ਇਹਨਾਂ ਨੇ ਰਿਵਿਊ ਕਰਨੀ ਹੈ ਤੇ ਪ੍ਰੈਜ਼ੈਂਟ ਦਾ ਪ੍ਰਪੋਜ਼ਲ ਵੀ ਕਰਨਾ ਹੈ, ਠੀਕ ਹੈ ਜੀ? ਹੁਣ how to write a good agenda is to make the meeting objective very clear, ਠੀਕ ਹੈ? ਕੁਝ ਇਦਾਂ ਮਤਲਬ ਉਹਨੂੰ ਵੇਗ ਨਾ ਰੱਖੋ, ਕਲੀਅਰਲੀ ਲਿਖ ਦਿਓ ਕਿ ਕਿਹਦੇ ਵਾਸਤੇ ਮੀਟਿੰਗ ਹੋਲਡ ਕੀਤੀ ਜਾ ਰਹੀ ਹੈ and then list agenda topics as questions or tasks, right? So ਇੱਥੇ task ਦੱਸੋ ਕਿ ਇਹ ਚੀਜ਼ ਕਰਨੀ ਹੈ, this to be reviewed, right? then present this ਜਿਹੜੇ person ਨੇ ppt ਕੋਈ present ਕਰਨੇ ਹੋਏ ਆ ਕੁਝ ਵੀ ਆ ਇਦਾਂ, ਠੀਕ ਹੈ ਜੀ? clarify expectations and responsibilities. So do you want your meeting participants to prepare anything in advance? Who is responsible for what topic? If you want someone on your team to provide context for a topic or explain some data, let them know in advance and allow them some time to prepare rather than putting them on the spot during the meeting. In case you want one of the members to present something or to clarify something, right, or to explain something, you are supposed to inform them in prior, like in let's say काफी well in advance so that they have time to prepare,
राइट इदां नहीं है कि तुसीं उत्थे ऑन द स्पॉट मीटिंग्स कह दो कि दिस पर्सन विल नाउ एक्सप्लेन दिस राइट सो नो डाउट दैट ओनू पर्सन वो चीज पता होएगी बट दैट पर्सन विल नॉट बी वेल प्रिपेयर्ड राइट सो एवरीबडी विल एप्रीशिएट जो उन्होंने पहले ही दस्या गया होए कि हुण ये तुसीं काम करना है ठीक है जी then estimate a realistic amount of time for each topic ਹੁਣ ਇਹ ਸਿਰਫ ਟਾਈਮ ਦਾ ਲਿਖਣਾ ਕਿ ਇਹ ਨਹੀਂ ਕਿ ਤੁਸੀਂ ਬਹੁਤ ਹੀ ਜ਼ਿਆਦਾ ਉਹ ਘੱਟ ਟਾਈਮ ਲਿਖ ਦੋ ਕਿ ਇਹ ਵੀ ਇੰਨੇ ਦੇਰ ਚ ਆ ਕਰ ਦਾਂਗੇ ਨੋ ਯੂ ਹੈਵ ਟੂ ਬੀ ਰੀਅਲਿਸਟਿਕ ਕਿ ਕਿਸੇ ਨੂੰ ਹੋਏਗਾ ਕਿ ਜ਼ਿਆਦਾ ਟਾਈਮ ਲੱਗੇਗਾ ਕਿਸੇ ਨੂੰ ਹੋਏਗਾ ਕਿ ਘੱਟ ਟਾਈਮ ਲੱਗੇਗਾ ਰਾਈਟ ਸੋ ਮੈਂਸ਼ਨ ਇਟ ਅਕੋਰਡਿੰਗਲੀ सो ये हो गया अपना बेसिकली इंफॉर्मेशन होंगी है एक्शन आइटम्स एंड डिस्कशन आइटम्स कि किहड़े टॉपिक्स डिस्कस करने हैं ठीक है किहड़े टॉपिक कंप्लीट करने हैं ते किहड़ियां अपनी इंफॉर्मेशन की है कि कोई अपडेट्स जिहड़े तुसीं शेयर करने होण हुण एक होर एजेंडा हैगा ठीक है मीटिंग ऑब्जेक्टिव एजेंडा राइट सो इत्थे तुसीं इदां सारा दस सकते हो and notes and decisions in case if there are any next steps if you want to mention any right so I hope that was clear to you बाकी बच्चे ਇਹਦੇ ਨਾਲ simplified formats find ਲੱਭ ਕੇ ਮੈਂ ਤੁਹਾਡੀ ਉਹਦੇ ਚ group ਵਿੱਚ share ਕਰ ਦੂੰਗੀ ਠੀਕ ਹੈ ਇੱਕ single pdf ਬਣਾ ਕੇ so that all these topics are in one place and you don't get confused okay what was the meeting agenda what were minutes of the meeting what is the notice right so काफी clearly and in easy manner we will cover that so now let's talk about writing a business memorandum ठीक है so ਇਹਦੇ ਵਿੱਚ ਪਤਾ ਕੀ ਹੁੰਦਾ it is a memo is to provide or request information from people within your organization so it is important to carefully consider the key point of the memo and who should receive it a memo that is written clearly using a friendly and professional tone avoids any opportunity for misinterpretation ठीक है जी ਹੁਣ ਇਹਦਾ ਕੀ ਹੁੰਦਾ ਕਿ ਤੁਸੀਂ ਕਹ ਲਓ ਇੱਕ ਆਫਿਸ ਰਨ ਕਰ ਰਹੇ ਹੋ right you have around 5 people in your team and you want to accomplish some task ਜਿਹਦੇ ਵਿੱਚ ਉਹ 5 people ਤੋਂ ਤੁਹਾਨੂੰ ਕੁਝ data ਚਾਹੀਦਾ ठीक है फिर now you will be writing a memo because you need some information right or you need to provide some information ठीक है in that case a memo is written memo is short for memorandum ठीक है जी ਹੁਣ ਇਹਦੇ ਵਿੱਚ ਤੁਸੀਂ ਇਹਦਾ ਸਟਰਕਚਰ ਦੇਖੋ so part 1 is the header right first of all you write ਕਿ ਕਿਨੂੰ ਕਿਹਦੇ ਵਾਸਤੇ ਹੈ to then from right is अपना name and title लिखोगे to ਤੁਸੀਂ ਉਹ ਵਾਲੇ employees या if it is a one group ਤੁਸੀਂ ਉਹ group ਦਾ name ਲਿਖੋਗੇ ਠੀਕ ਹੈ then date you will provide the complete and accurate date right then subject कि what subject is it right and then you will be giving your message so ਇਹਦੇ ਵਿੱਚ ਹੁਣ ਦੇਖੋ ਇਹ ਤਾਂ ਵੈਸੇ ਇਹਨਾਂ ਨੇ 3 ਉਹਦੇ ਚ ਕਰਤਾ ਕਈ ਵਾਰ ਲੋੜ ਨਹੀਂ ਪੈਂਦੀ 3 ਵਿੱਚ ਕਰਨ ਦੀ ਕਿਉਂਕਿ ਤੁਹਾਡਾ ਇੱਕ ਵਿੱਚ ਹੀ ਕੰਮ ਹੋ ਜਾਂਦਾ ਹੈ so ਹੁਣ ਜਿਵੇਂ ਆ ਗਿਆ to management this company from a student date right so performance analysis for year ended 30th April 2018 right so this is the subject RE is short for regarding so कई बार regarding भी लिखा जाता है in place of subject ठीक है so the following summary and schedule analyze dash C wheat products result for ठीक है this सारा कुछ इन्होंने वो दसता कि की लिखना है ठीक है so I hope this summary will prove helpful in meeting your needs right let's check presentation so ensure that your memo is word processed has a simple and professional look is centered on the page from top to bottom okay is left justified with single or 1.5 spacing within paragraphs and double spacing between paragraphs right then uses a 12-point font size and a standard font like Times New Roman or Arial that is easy to read and includes sufficient white space to enhance clarity ठीक है जी ਹੁਣ ਆ ਕੁਝ tips ਨੇ writing for writing your memo should be succinct formal clear interesting and easy to read ठीक है succinct is मतलब very brief to the point ਇਹ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ words ਲਿਖੇ ਹੋਏ ਹੈ ਠੀਕ ਹੈ ਜਿੰਨੇ words required ਹੈ ਜਿੰਨੇ ਚ ਗੱਲ convey ਹੋ ਸਕਦੀ ਹੈ as many words should be there right it should be logically organized accurate well researched and informative and avoid using technical jargon and abbreviations that the recipient may not understand ठीक है use it is always a good idea to keep the language very simple right otherwise ਕੀ ਹੋਏਗਾ ਜ਼ਿਆਦਾ ਤੁਸੀਂ ਕੁਝ ਮੁਸ਼ਕਿਲ words use ਕਰੋਗੇ ਕੋਈ abbreviations use ਕਰੋਗੇ ਜਿਹੜੇ ਇੰਨੇ commonly ਨਹੀਂ use ਹੁੰਦੇ ਆ then your message will not get conveyed
right? So it is important that you use simple language, right? Then avoid the use of slang, colloquialism and contractions. So slang language नहीं use करनी जिਵੇਂ अपनी ਹੁੰਦੀ है SMS language, right? Colloquialism is again कोई अपने vernacular language ਜਿਹੜੀ ਤੁਸੀਂ ਜਿਵੇਂ ਕਹ ਲਓ ਹਿੰਦੀ ਪੰਜਾਬੀ ਦੇ ਕੋਈ phrases, right? And contractions ਕਿ ਤੁਸੀਂ ਕੁਝ contract ਕਰਕੇ ਲਿਖ ਰਹੇ ਹੋ, short ਵਿੱਚ ਲਿਖ ਰਹੇ ਹੋ, ਠੀਕ ਹੈ? Use proper language. Use action verbs and an active voice to convey your confidence. Highlight important points and reduce unnecessary wordiness with headings, subheadings, bullet points and numbered lists. ठीक है? सिर्फ important points highlight कर लो and ज़्यादा words ਵਿੱਚ ना लिखो, जितनी short गल हो सकती है उतनी short गल करनी है. Check for correct grammar, spelling and punctuation. So this is almost a given that grammar should be correct, right? Spelling should be correct, punctuation should be correct. So again, अच्छा ਹੁਣ ना ਇਹਦੇ ਵਿੱਚ ਤੇ usually notice ਵਿੱਚ confusion ਹੁੰਦੀ ਹੈ. ਰਾਈਟ ਬੱਚੇ? ਸੋ ਲੈਟ ਮੀ ਜਸਟ ਕਲੈਰੀਫਾਈ, ਜਿਹੜਾ ਨੋਟਿਸ ਹੁੰਦਾ ਨਾ ਉਹ ਜਿਵੇਂ ਆਪਣੇ ਸਕੂਲਸ ਕਾਲਜਸ ਵਿੱਚ ਯੂਜ਼ ਹੁੰਦਾ ਫॉर योर ਇਨਫੋਰਮੇਸ਼ਨ, ਰਾਈਟ? ਇਟ ਇਜ਼ ਲਾਈਕ ਰੀਚਿੰਗ ਆਊਟ ਟੂ ਅ ਲਾਰਜਰ ਗਰੁੱਪ ਆਫ ਪੀਪਲ, ਠੀਕ ਹੈ? ਕੁਝ ਨੋਟ ਕਰਾਉਣ ਲਈ ਤੁਹਾਨੂੰ ਕੁਝ ਕਿਸੇ ਧਿਆਨ ਨਾਲ ਕੋਈ ਗੱਲ ਬਾਰੇ ਦੱਸਣ ਲਈ ਹੁੰਦਾ. ਮੈਮੋਰੈਂਡਮ ਔਨ ਦੀ ਅਦਰ ਹੈਂਡ ਇਟ ਇਜ਼ ਐਟ ਟਾਈਮਸ ਟੂ ਪ੍ਰੋਵਾਈਡ ਇਨਫੋਰਮੇਸ਼ਨ ਔਰ ਟੂ ਰਿਕੁਐਸਟ ਇਨਫੋਰਮੇਸ਼ਨ. ਫॉर एग्जाम्पल ਜੇ ਕੋਈ ਕੰਮ ਕਰਵਾਉਣਾ ਹੈ ਜਾਂ ਕਿਸੇ ਨੂੰ ਕੋਈ ਟਾਸਕ ਦੇਣਾ, ਸਾਰੀ ਕਹ ਲਓ ਸਟਾਫ ਨੂੰ ਕੋਈ ਟਾਸਕ ਦੇਣਾ ਹੈ ਤਾਂ ਉਹਦੇ ਵਾਸਤੇ ਮੈਮੋਰੈਂਡਮ ਇਜ਼ ਯੂਜ਼ਡ. ਆਲ ਰਾਈਟ, ਸੋ ਆਈ ਹੋਪ ਦਿਸ ਵਨ ਇਜ਼ ਆਲਸੋ ਕਲੀਅਰ ਟੂ ਯੂ. ਹਾਂਜੀ ਬੱਚੇ, ਕੋਈ ਡਾਊਟ ਤਾਂ ਨਹੀਂ ਹੈ ਮੈਮੋਰੈਂਡਮਸ ਜਾਂ ਮੀਟਿੰਗ ਏਜੰਡਾ ਵਿੱਚ? Don't worry about the format. I'll share the templates, you know, the simplest of the templates which I can find. मैं वो ਤੁਹਾਡੇ ਨਾਲ share ਕਰ ਦੂੰਗੀ ਤਾਂ ਤੁਹਾਨੂੰ ਉਹਦੀ ਫਿਕਰ ਕਰਨ ਦੀ ਲੋੜ ਨਹੀਂ ਹੈ. ਹਾਂਜੀ ਬੱਚੇ, so I hope it is clear. Yes, Heman, Kiran, Simranjeet. Yes, ma'am. All right, so I hope otherwise ਤੁਹਾਨੂੰ ਅੱਛਾ ਬੇਟਾ ਪੂਰੇ ਸਿਲੇਬਸ ਵਿੱਚ ਕੋਈ ਡਾਊਟ ਤਾਂ ਨਹੀਂ ਹੈ? Something you want to be done again? नो मैम. Are you sure? ਪੱਕਾ? ਨਹੀਂ ਤਾਂ ਪੁੱਛ ਲਓ, ਆਪਣੇ ਕੋਲ ਟਾਈਮ ਹੈ, ਆਪਾਂ ਕਰ ਮੈਮ ਸਕਦੇ ਉਹ ਹਾਂ. ਇੱਕ ਪੁੱਛਣਾ ਸੀ ਤੇ ਜਿਹੜੀ ਪਿਛਲੇ ਸਾਲ ਅਸੀਂ ਇੰਗਲਿਸ਼ ਦੀ ਫਾਈਲ ਬਣਾਈ ਸੀ, ਐਡਿਕਾ ਤਾਂ ਨਹੀਂ ਕੋਈ ਇੰਗਲਿਸ਼ ਦੀ ਫਾਈਲ ਹੋਊਗੀ ਪ੍ਰੈਕਟੀਕਲ ਦੀ? ਤਾਂ ਤੁਹਾਡੀ ਪਿਛਲੀ ਵਾਰ ਪ੍ਰੈਕਟੀਕਲ ਵਿੱਚ ਫਾਈਲ ਸੀਗੀ ਇੰਗਲਿਸ਼ ਦੀ? ਹਾਂਜੀ ਮੈਂ ਪਿਛਲੇ ਸਾਲ ਸੀਗੀ, ਉਹ ਪ੍ਰੈਕਟੀਕਲ ਹੋਇਆ ਸੀ ਵੀ ਜੱਕਦਮ ਪਤਾ ਲੱਗੇ ਫਿਰ ਫਾਈਲ ਕਿੱਥੇ ਬਣਾਵਾਂਗੇ? ਨਹੀਂ, ਮੈਂ ਫਿਰ ਇਹ ਕਰਦੀ ਹਾਂ, ਇਹਦਾ ਮੈਂ ਕਲੈਰੀਫਾਈ ਕਰਕੇ ਨਾ ਆਈ ਲੈਟ ਯੂ ਨੋ, ਠੀਕ ਹੈ ਜੀ? ਐਂਡ ਜੇ ਕਿ ਇਨ ਕੇਸ ਬਣਾਉਣੀ ਹੋਈ ਨਾ, ਆਪਾਂ ਬਹੁਤ ਹੀ ਸਿੰਪਲ ਜੀ ਫਾਈਲ ਪ੍ਰਿਪੇਅਰ ਕਰ ਲਾਂਗੇ ਜਿਹਦੇ ਚ ਤੁਹਾਨੂੰ ਜ਼ਿਆਦਾ ਹਾਂਜੀ ਟਾਈਮ ਨਾ ਹਾਂਜੀ ਲੱਗੇ, ਠੀਕ ਹੈ? ਕਿਉਂਕਿ ਜਿਵੇਂ ਆਈ ਐਮ ਅੰਡਰ ਦੀ ਇੰਪ੍ਰੈਸ਼ਨ ਬੀਟੈਕ ਵਾਲੇ ਦੀ ਤਾਂ ਫਾਈਲ ਨਹੀਂ ਹੁੰਦੀ, ਮੈਂ ਤੁਹਾਡੇ ਵਾਲੇ ਦਾ ਪੁੱਛ ਲੂੰਗੀ ਸਰ ਨੂੰ, ਕਿਉਂਕਿ ਇਸ ਵਾਰ ਨਾ ਤੁਹਾਡੇ ਹੈ ਵੀ ਟੌਪਿਕ ਜ਼ਿਆਦਾ ਪ੍ਰੈਕਟੀਕਲ, ਮਤਲਬ ਸਪੀਕਿੰਗ ਵਾਲੇ ਹੈ, ਰਿਟਨ ਵਾਲੇ ਇੰਨੇ ਹੈ ਨਹੀਂ ਹੈ, ਠੀਕ ਹੈ ਜੀ? ਤੇ ਜੇ ਬਾਈ ਚਾਂਸ ਕਿ ਗਰੁੱਪ ਡਿਸਕਸ਼ਨ ਦੀ ਮੈਨੂੰ ਲੱਗਦਾ ਨਹੀਂ ਹੈ ਤੁਸੀਂ ਫਾਈਲ 'ਚ ਕੁਝ ਬਣਾ ਸਕਦੇ ਹੋ, ਜਾਂ ਈਵਨ ਆ ਸਪੀਚ ਵੌਇਸ ਮੋਡੂਲੇਸ਼ਨ ਦਾ. ਅੱਛਾ ਬੱਚੇ, ਪਿਛਲੀ ਵਾਰ ਤੁਹਾਡੇ ਉਹਦੇ 'ਚ ਕੀ ਟੌਪਿਕਸ ਕੀ ਸੀਗੇ ਪ੍ਰੈਕਟੀਕਲ ਵਿੱਚ? ਇੱਕ ਮੈਮ ਮਾਈਸੈਲਫ ਸੀਗਾ, ਕੀ ਸੀਗਾ? ਸਰਮੋਨੀਅਮ ਸੀਗੇ, ਮਾਈਸੈਲਫ ਸੀ, ਸਰਮੋਨੀਅਮ ਸੀਗੇ, ਤੇ ਇੱਕ ਇੱਕ ਨਿਊਜ਼ਪੇਪਰ ਹੈਡਲਾਈਨ ਸੀ, ਆਲ ਰਾਈਟ, ਇੱਕ ਕੁਝ ਹੋਰ ਟੌਪਿਕ ਸੀਗਾ ਸ਼ਾਇਦ ਕੀਤਾ. ਓਕੇ, ਤੇ ਵਾਈਵਾ ਵਿੱਚ ਕਿੱਦਾਂ ਦੇ ਕੁਐਸਚਨ ਪੁੱਛੇ ਗਏ ਸੀ ਫਿਰ? ਬਾਈ ਮੈਮ ਉਹੀ ਪੁੱਛਿਆ, ਉਹਨਾਂ ਨੇ ਆਪਣੇ ਬਾਰੇ ਪੁੱਛਿਆ ਸੀ ਕੀ ਕੀ ਹੋਣਾ ਪ੍ਰੈਕਟੀਕਲ 'ਚ ਤੁਹਾਨੂੰ, ਤੁਸੀਂ ਪਹਿਲਾਂ ਆਪਣੇ ਬਾਰੇ ਜੋ ਦੱਸਣਾ, ਆਪਣੇ ਬਾਰੇ ਦੱਸੋ ਤੁਸੀਂ ਤੇ ਕਰਦੇ ਕੀ ਹੈ, ਕਾਲਜ ਜੁਆਇਨ ਤੁਸੀਂ ਕਿਉਂ ਕੀਤਾ? ਠੀਕ ਹੈ, ਅੱਛਾ ਤੇ ਇਹਦੇ ਬਾਰੇ ਇੰਟਰੋਡਿਊਸ ਪੁੱਛਿਆ। ਯੋਰਸੈਲਫ ਹੈ ਨਾ, ਕੁਐਸਚਨਸ ਲਾਈਕ ਕਿ ਤੁਸੀਂ ਆ ਕੋਰਸ ਕਿਉਂ ਕਰ ਰਹੇ ਹੋ? ਹਾਂਜੀ ਆਲ ਰਾਈਟ, ਠੀਕ ਹੈ, ਚਲੋ ਇਹਦਾ ਤਾਂ ਮੈਂ ਤੁਹਾਨੂੰ ਨਾ ਹੁਣ ਨੈਕਸਟ ਲੈਕਚਰ ਵਿੱਚ ਕਨਫਰਮ ਕਰਕੇ ਦੱਸ ਦੂੰਗੀ, ਠੀਕ ਹੈ? ਤੇ ਜੇ ਬਣਾਉਣੀ ਹੋਈ ਡੋਂਟ ਵਰੀ, ਬਹੁਤ ਹੀ ਸ਼ਾਰਟ ਜੀ ਰੱਖਾਂਗੇ ਜ਼ਿਆਦਾ, ਤਾਂ ਕਿ ਤੁਹਾਡਾ ਟਾਈਮ ਵੇਸਟ ਨਾ ਹੋਏ. ਮੈਮ ਫਾਈਲ ਸ਼ਾਮ ਵਾਲੇ ਮੈਂ 6 ਵਜੇ ਤੱਕ ਸਬਮਿਟ ਕਰ ਦਵਾਂ? ਅਸਾਈਨਮੈਂਟ ਹਾਂਜੀ ਹਾਂਜੀ ਅੱਜ ਦਾ ਦੇਖੋ, ਅੱਜ ਦਾ ਦਿਨ ਹੈ, ਤੁਸੀਂ ਅੱਜ ਰਾਤੀ 12 ਵਜੇ ਤੋਂ ਪਹਿਲਾਂ ਸਬਮਿਟ ਕਰਾਣੀ ਹੈ, ਠੀਕ ਹੈ? ਠੀਕ 12 ਵਜੇ ਤੋਂ ਪਹਿਲਾਂ ਕਰ ਦੂੰਗਾ।
हाँ बस वो देख लो कि आज 16 लास्ट डेट है ना, बस ਅੱਜ ਦੇ ਟਾਈਮ ਵਿੱਚ ਸਬਮਿਟ ਕਰਵਾ ਦਿਓ। ਬਿਕੋਜ਼ ਦੇਖੋ ਬੇਟਾ ਉਹਨੂੰ ਐਵੇਂ ਤੁਸੀਂ ਲਟਕਾਉਣ ਵਾਲੀ ਗੱਲ ਹੈ, ਕੰਮ ਇੰਨਾ ਜ਼ਿਆਦਾ ਨਹੀਂ ਹੈ, ਸਿਰਫ ਇੱਕ ਹਾਫ ਐਨ ਆਵਰ ਟਾਈਮ ਕੱਢਣ ਦੀ ਗੱਲ ਹੁੰਦੀ ਹੈ, ਤਾਂ ਉਹ ਤੁਸੀਂ ਜਿੰਨਾ ਜਲਦੀ ਕਰ ਲਓ ਤਾਂ ਬੈਟਰ ਹੈ, ਰਾਈਟ। ਨਹੀਂ ਨਹੀਂ ਮੈਮ ਕਰ ਲੈਣੀ ਫ੍ਰੀ ਦੇ ਮਾਰਕਸ ਹੀ ਆ, ਮੈਂ ਕਰ ਲੈਣੀ ਸ਼ਾਮਾਂ ਤੋਂ ਐਗਜ਼ੈਕਟਲੀ। ਪਹਿਲਾਂ ਪਹਿਲਾਂ। ਸਿਮਰਨਜੀਤ ਐਂਡ ਤਰਨਦੀਪ ਤੁਸੀਂ ਤੁਹਾਡੀ ਵੀ ਨਹੀਂ ਫਾਈਲ ਆਈ ਹਲੇ, ਫਾਈਲ ਕਹਿ ਰਹੀ ਹੈ ਅਸਾਈਨਮੈਂਟ ਨਹੀਂ ਆਈ। ਯੈਸ ਸਿਮਰਨ ਤਰਨਦੀਪ। ਤੇ ਬੇਟਾ ਅੱਜ ਮੈਂ ਹੁਣ ਲਿਸਟ ਸ਼ੇਅਰ ਕਰ ਦੂੰਗੀ ਉਹ ਵਾਲੇ ਸਟੂਡੈਂਟ ਦੀ ਜਿਨ੍ਹਾਂ ਦੀ ਮੈਨੂੰ ਪਿਛਲੀ ਵਾਲੀ ਵੀ ਨਹੀਂ ਮਿਲੀ ਹੈ, so that you have the last chance in case you want to submit, you may, right? So okay, other than that I think more कोई है नहीं है अपने को काम। ठीक है, ਤੁਹਾਡਾ टॉपिक्स और सारे कवर हो गए है। सर्कुलर भी कर ही लेने अपने को टाइम हैगा। All right. So again, circular is also, you know, one way of communicating in a business environment, in a formal environment, right? So circulars are used as notices in business communication। कई बार जो कुछ enforce करने कोई dress code हो गया, policy हो गई, ठीक है, और to invite to meetings। ਹੁਣ ਨਾ ਇਹ ਨਾ ਚੀਜ਼ਾਂ ਦੇਖੋ ਰਲਦੀਆਂ ਮਿਲਦੀਆਂ ਹੀ ਆ, circular ਹੋ ਗਿਆ, notice ਹੋ ਗਿਆ, ਫਿਰ ਆਪਾਂ agenda of the meeting, ਚਲੋ that is different, minutes of the meeting is also different, right? So circular and notice ਐਂਡ ਮੈਮੋਰੈਂਡਮਸ ਤੁਹਾਨੂੰ ਕਦੇ ਕਨਫਿਊਜ਼ਨ ਹੋ ਸਕਦੀ ਹੈ, ਰਾਈਟ। ਬਟ ਤੁਸੀਂ ਪਤਾ ਕਿਹਦੇ ਤੇ ਜਾਣਾ, ਤੁਹਾਨੂੰ ਐਗਜ਼ਾਮ 'ਚ ਦੱਸਿਆ ਹੋਏਗਾ ਕਿ ਤੁਸੀਂ ਕੀ ਚੀਜ਼ ਲਿਖਣੀ ਹੈ, ਬਸ ਤੁਸੀਂ ਉਸ ਫਾਰਮੈਟ ਵਿੱਚ ਉਹ ਚੀਜ਼ ਨੂੰ ਕਨਵੇ ਕਰਨਾ ਹੈ। ਜ਼ਿਆਦਾ ਇਹਦੇ 'ਚ ਸੋਚਣਾ ਨਹੀਂ ਹੈ ਕਿ ਇੱਥੇ ਆਹੀ ਚੀਜ਼ ਆਉਣੀ ਚਾਹੀਦੀ ਸੀ ਕਿ ਇੱਥੇ ਕੁਝ ਹੋਰ ਆਉਣਾ ਚਾਹੀਦਾ ਸੀ, ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਵੀ ਸੈਂਪਲ ਦੇਖ ਲੈਂਦੇ ਹਾਂ। हाँ जी, हूँ आ देख लें इतने डिफरेंस दसिया हुआ है नोटिस एंड मेमो। So internal circular or notice is sometimes slightly different from a company memo. A memo is often sent to a smaller group and meant to schedule an event, confirm the results of a meeting, or remind people that something is taking place, right? A notice often goes to a broader group to announce something affecting the company or a company division at large, right? So the term circular is sometimes used exclusively to refer to an external advertising document. Nowadays, all three types of documents are often digital and not printed. ठीक है जी। अच्छा ਹੁਣ ਨਾ ਜਿਵੇਂ ਸਰਕੂਲਰ ਦੇ ਨਾਲ ਯੂਜੂਲੀ ਕੋਈ ਚੇਂਜ ਇਨ ਦਾ ਰੂਲਸ ਹੋਵੇ ਜਾਂ ਪਾਲਿਸੀ ਹੋਏ ਉਹ ਇਨਫੋਰਮ ਕਰਨ ਲਈ ਸਰਕੂਲਰ ਹੁੰਦਾ ਹੈ, ਠੀਕ ਹੈ। ਕੋਈ ਜਿਵੇਂ ਕਾਫੀ ਜਿਵੇਂ ਕਹ ਲਓ ਪਰਮਾਨੈਂਟ ਕੋਈ ਚੇਂਜ ਹੋਇਆ, ਕਹ ਲਓ ਡਰੈਸ ਕੋਡ ਚੇਂਜ ਹੋਇਆ, ਕੋਈ ਪਾਲਿਸੀ ਦਾ ਚੇਂਜ ਹੋਇਆ ਕਿ ਟਿਲ ਨਾਓ ਦਿਸ ਇਜ਼ ਹਾਊ ਥਿੰਗਸ ਆਰ ਬੀਇੰਗ ਡਨ, ਹੁਣ ਇਦਾਂ ਕਰਨਾ ਹੈ, ਉਹਦੇ ਵਾਸਤੇ ਸਰਕੂਲਰ ਹੁੰਦਾ ਹੈ। ਜਿਹੜਾ ਟਾਈਮ ਟੂ ਟਾਈਮ ਕੋਈ ਤੁਹਾਨੂੰ ਇਨਫੋਰਮ ਕਰਨੀ ਹੈ ਚੀਜ਼, ਠੀਕ ਹੈ, ਉਹਦੇ ਵਾਸਤੇ देयर कुड बी अ नोटिस। फॉर एग्जांपल कि टाइमिंग्स चेंज होए, राइट, सो दैट वुड बी अ नोटिस। ਜਿਵੇਂ ਤੁਹਾਡੇ ਕਾਲਜ ਵਿੱਚ ਨੋਟਿਸ ਆਉਂਦਾ, ਠੀਕ ਹੈ, ਕਿ ਕੱਲ ਛੁੱਟੀ ਹੈ, ਟਾਈਮਿੰਗ ਚੇਂਜ ਹੋ ਗਈ ਹੈ, ਜਿੱਦਾਂ ਵੀ ਹੈ, ਰਾਈਟ। ਐਂਡ ਮੈਮੋ ਇਜ਼ ਟੂ ਯੂ ਨੋ ਇਨਫੋਰਮ ਅਬਾਊਟ ਕਿ ਦਿਸ ਇਵੈਂਟ ਇਜ਼ ਟੇਕਿੰਗ ਪਲੇਸ, ਜਾਂ ਕੋਈ ਇਨਫੋਰਮੇਸ਼ਨ ਰਿਕੁਐਸਟ ਕਰਨੀ ਹੈ ਉਹਦੇ ਵਾਸਤੇ, ਠੀਕ ਹੈ। ਰਲਦੀਆਂ ਮਿਲਦੀਆਂ ਚੀਜ਼ਾਂ, थोड़ा यहाँ the purpose भी same है to give some information, right? But depending on what kind of information is to be given, the particular format is picked up, right? Like I told you कि कुछ rules with change है, for policy with change है, that would be a circular, right? Notice ਹੁੰਦਾ ਜਿਹੜਾ at ਜਿਵੇਂ circular ਹੁਣ ਜਿਵੇਂ college ਵਿੱਚ circular ਆਏਗਾ, that is only for maybe the faculty members. Notice आएगा, that is for faculty members as well as all the students, right? Similarly, जो memo होंगे, that is also back and forth between faculty members only कि कोई information request की जा रही है या जो भी है, right? So that is the difference. ठीक है जी, तो circular दा भी same ही है, it's you know similarly you just simply write it कि ਤੁਸੀਂ ਇਨਫੋਰਮ ਕਰਨਾ ਚਾਹੁੰਦੇ ਹੋ, ਜਿਹੜੀ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਸਾਰੀ ਉਹਦੇ ਵਿੱਚ ਤੁਸੀਂ ਇਨਕਲੂਡ ਕਰ ਦਿਓ, ਰਾਈਟ। ਇਹ ਤਾਂ ਮੈਂ ਸਿੰਪਲੀਫਾਈਡ ਫਾਰਮੈਟ ਲੱਭ ਰਹੀ ਸੀਗੀ, ਬਟ ਸਾਰੇ ਨਾ ਥੋੜੇ ਕੰਪਲਿਕੇਟਡ ਆ ਰਹੇ ਸੀਗੇ। ਚੈੱਕ ਕਰ ਲੈਣਾ ਜੋ ਹੁਣ ਕੁਝ ਵਧੀਆ ਹੈ। ਓਕੇ,
So if it is visible to you, circular number, date, regarding, right? So ਇੱਥੇ ਤੁਸੀਂ ਪੂਰਾ message and ਜਿਸ ਵੱਲੋਂ ਇਹ message ਹੈ ਉਹਨਾਂ ਦਾ ਨਾਮ and their designation, right? So this is again very simple. ठीक है, तो इधर है कि draft circular informing the staff that a certain employee has been relieved of his duties. So you see now this is for a limited group or for a very small group, ये वाली information. So this is how बहुत ही briefly ਦੱਸਿਆ ਗਿਆ. So this is a circular. कोई change होया ਵੱਡਾ ਉਹਨੂੰ inform ਕਰਨ ਲਈ circular ਦਿੱਤਾ ਗਿਆ, not a notice. Notice is for conveying more general information. All right. हाँ जी बच्चा, I hope you got the point. If you want, I can ਤੁਹਾਨੂੰ ਜੇ ਤੁਸੀਂ ਕੁਝ practice ਕਰਕੇ ਮੈਨੂੰ share ਕਰਨਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੋ, right? So हाँ जी बच्चे, that was all. अपना punctuation रह गया, वो अपन next lecture च कर लेना है, ठीक है जी? हाँ जी बच्चे, एक बार फिर एनी डाउट, कुछ भी कुछ समझ नहीं आया, कुछ फिर तो करना है, यू आर मोस्ट वेलकम टू टेल. I'll just repeat के one word substitution, prefix, suffix, ठीक है, idioms and phrases ये रोज ਹੁਣ ਤੁਸੀਂ ਥੋੜੇ ਥੋੜੇ ਪੜ੍ਹ ਲਿਆ ਕਰੋ ਤਾਂ ਕਿ ਤੁਹਾਨੂੰ ਥੋੜੇ ਯਾਦ ਹੋ ਜਾਣ, ਰਾਈਟ? ਵੈਸੇ ਤਾਂ ਤੁਹਾਡਾ ਕਾਈਂਡ ਆਫ ਮੈਨੂੰ ਲੱਗਦਾ ਓਪਨ ਬੁੱਕ ਹੀ ਲੱਗ ਰਿਹਾ ਐਗਜ਼ਾਮ ਹੋਏਗਾ, ਹੈ ਨਾ? ਹਾਲੇ ਸਿਚੁਏਸ਼ਨ ਜਿਹੜੀ ਕੋਵਿਡ ਵਾਲੀ ਹੈ ਥੋੜੀ ਉਦਾਂ ਹੀ ਹੈ. ਸੋ ਤੁਹਾਡੀ ਬਾਕੀ ਅਸਾਈਨਮੈਂਟ ਬੱਚੇ ਕੰਪਲੀਟ ਹੋ ਗਈਆਂ? ਹਾਂਜੀ, ਬਾਕੀ ਸਬਜੈਕਟਸ ਦਾ ਤੁਹਾਡਾ ਕਿਵੇਂ ਪ੍ਰੋਗਰੈਸ ਹੈ? I hope you have started self studying at your end. ਚੱਲ ਰਿਹਾ ਮੈਮ, ਚੱਲ ਰਿਹਾ ਹਾਲੇ? ਹਾਂਜੀ ਮੈਮ, ਪੜ੍ਹ ਵੀ ਰਹੇ ਹਾਂ ਨਾਲ ਨਾਲ ਕੰਟੀਨਿਊ. ਓਕੇ ਚਲੋ, that is good. ਤੁਹਾਡੀ ਹਾਲੇ ਡੇਟ ਸ਼ੀਟ ਤਾਂ ਨਹੀਂ ਆਈ ਕਿ ਆ ਗਈ? ਨਹੀਂ ਮੈਮ, ਡੇਟ ਸ਼ੀਟ ਨਹੀਂ ਆ, ਉਹਦਾ ਕਹਿੰਦਾ 21 ਜੂਨ ਨੂੰ ਮਤਲਬ ਕਰ ਫ੍ਰੀ ਕਰ ਦੇਣਾ ਤੁਹਾਨੂੰ. ਹਾਂਜੀ, ਉਹ ਤਾਂ ਤੁਹਾਡੀ ਕਲਾਸਿਸ ਉਦੋਂ ਤੱਕ ਹੀ ਹੈ 21 ਤੱਕ, ਰਾਈਟ? ਬਟ ਆਈ ਹੋਪ ਯੂ ਨੋ ਵੀ ਆਰ ਸਟਿਲ ਅਵੇਲੇਬਲ. ਜੇ ਤੁਸੀਂ ਉਸ ਤੋਂ ਬਿਯੋਂਡ ਵੀ ਸਾਡੇ ਨਾਲ ਕੋਈ ਕੰਸਲਟ ਕਰਨਾ ਹੋਇਆ, ਕੁਝ ਪੁੱਛਣਾ ਹੋਇਆ, ਯੂ ਆਰ ਮੋਸਟ ਵੈਲਕਮ ਟੂ ਲੈਟ ਅਸ ਨੋ, ਠੀਕ ਹੈ ਜੀ? ਉਹਦੀ ਚਾਹੇ ਸਪੈਸ਼ਲ ਕਲਾਸ ਅਲੱਗ ਤੋਂ ਲਗਾ ਕੇ ਆਪਾਂ ਉਹ ਟੌਪਿਕ ਕਲੀਅਰ ਕਰ ਸਕਦੇ ਹਾਂ, ਡਾਊਟਸ ਕਲੀਅਰ ਕਰ ਸਕਦੇ ਹਾਂ. ਕੁਝ ਹੋਰ ਬੇਟਾ, ਕੋਈ ਡਾਊਟ ਹੋਵੇ ਤੁਹਾਨੂੰ ਸਿਲੇਬਸ ਵਿੱਚ ਕੁਝ ਰਿਵਾਈਜ਼ ਕਰਨਾ ਹੈ? I hope it is all clear. So एक बार रिवाइज कर लेने हैं. Memorandum, ठीक है? Memorandum which important part is to and from ਆਪਾਂ ਇਦਾਂ ਮੈਂਸ਼ਨ ਕਰਦੇ ਹਾਂ, ਠੀਕ ਹੈ ਜੀ? ਡੇਟ, ਸਬਜੈਕਟ ਤੇ ਮੈਸੇਜ, ਰਾਈਟ? ਹਾਊਐਵਰ ਜਿਹੜਾ ਆਪਾਂ ਸਰਕੂਲਰ ਦੇ ਕੇ ਸੀ, ਤੁਸੀਂ ਉਹ ਸੁਣੀ ਨੋਟਿਸ ਕੀਤਾ ਕਿ ਡਾਇਰੈਕਟ ਹੀ ਇੱਥੇ ਡੇਟ ਹੈ, ਠੀਕ ਹੈ, ਰਿਗਾਰਡਿੰਗ ਹੈ, ਮੈਸੇਜ ਹੈ, ਐਂਡ ਦੈਨ ਨੀਚੇ ਪਰਸਨ ਦਾ ਨਾਮ ਹੈ ਜਿਹਦੇ ਵੱਲੋਂ ਕਿ ਉਹ ਸਰਕੂਲਰ ਆਇਆ, right? And meeting agenda is so very different. It is just a plan for what meeting will be held and what all will be discussed, ठीक है? Date, time, attendees, कौन कौन attend करेगा, ठीक है जी? And then meeting objective की होएगा, and then the agenda in point form you can write bullet points which की चीज discuss होनी है, ठीक है? So again, this was very simple, right? And yesterday we did a notice and minutes of the meeting, right? So notice is again when a large group of people has to be informed about something, some change, then we write a notice.
ਐਂਡ ਮਿੰਟਸ ਆਫ ਮੀਟਿੰਗ ਆਰ ਕਿ ਮੀਟਿੰਗ ਵਿੱਚ ਕੀ ਕੀ ਚੀਜ਼ ਡਿਸਕਸ ਹੋਈ ਸੀ ਉਹਦਾ ਇੱਕ ਰਿਕਾਰਡ ਜੇ ਤੁਸੀਂ ਪ੍ਰਿਪੇਅਰ ਕਰਨਾ ਹੈ ਤਾਂ ਦੈਟ ਇਜ਼ ਮਿੰਟਸ ਆਫ ਦ ਮੀਟਿੰਗ ਆਲ ਰਾਈਟ ਸੋ ਦੈਟ ਵਾਸ ਆਲ ਠੀਕ ਹੈ ਜੀ ਹੁਣ ਨੈਕਸਟ ਆਪਾਂ ਲੈਬ ਕਲਾਸ ਵਿੱਚ ਮਿਲਦੇ ਹਾਂ ਤੇ ਤੁਹਾਡਾ ਸਿਰਫ ਪੰਕਚੁਏਸ਼ਨ ਦਾ ਟੌਪਿਕ ਰਹਿ ਗਿਆ ਉਹ ਫਟਾਫਟ ਆਪਾਂ ਕਵਰ ਕਰ ਲਾਂਗੇ ਰਾਈਟ ਐਂਡ ਆਫਟਰ ਦੈਟ ਇਨ ਕੇਸ ਮੈਂ ਫਾਈਲ ਦਾ ਵੀ ਕਨਫਰਮ ਕਰ ਲੈਂਦੀ ਹਾਂ ਠੀਕ ਹੈ ਜੇ ਫਾਈਲ ਬਣਾਉਣੀ ਵੀ ਹੋਈ ਮੈਂ ਤੁਹਾਨੂੰ ਨੈਕਸਟ ਲੈਕਚਰ ਮਤਲਬ ਥੋੜਾ ਬਰੀਫਲੀ ਸਮਝਾ ਦਿੰਦੀ ਹਾਂ ਕਿ ਕੀ ਬਣਾਉਣੀ ਹੈ ਰਾਈਟ ਤੇ ਉਹ ਤੁਸੀਂ ਫਿਰ ਬਣਾ ਲਿਓ ਕੁਝ ਜ਼ਿਆਦਾ ਆਪਾਂ ਇਲੈਬੋਰੇਟ ਨਹੀਂ ਕਰਾਂਗੇ ਸਮਥਿੰਗ ਵੈਰੀ ਸਿੰਪਲ ਚਲੋ ਬੱਚੇ that is all I'm ending the class now in case you have any questions or queries ਕੁਝ ਤੁਸੀਂ ਪੁੱਛਣਾ ਹੈ you are most welcome हाँ जी बच्चे कुछ कोई डाउट कोई क्वेश्चन नो मैम ऑल राइट चलो ठीक है बच्चे आई एम एंडिंग द क्लास अगे ਆਪਾਂ ਹੁਣ ਫਿਰ लैब क्लास ਵਿੱਚ ਮਿਲਦੇ ਹਾਂ